ਮਾਲਕ ਦੀ ਖੇਡ ਵਾਪਰਦੀ ਹੈ ਸੋਚਾਂ ਵਿਚਾਰਾਂ ਨਾਲ ਹੁੰਦੇ ਨਹੀਂ ਆ। ਪਟਨਾ ਸਾਹਿਬ ਧਰਤੀ ਤੇ ਬੈਠੇ ਸੀ, ਗੁਰੂ ਪਾਤਸ਼ਾਹ ਦੇ ਉੱਥੇ ਹੀ ਬੈਠਿਆਂ ਮਨ 'ਚ ਫੁਰਨਾ ਉੱਠਿਆ। ਬਸ ਫੁਰਨਾ ਉੱਠਿਆ ਵਾ, ਨਾਲ ਹੀ ਪਟਨਾ ਸਾਹਿਬ ਤੋਂ ਆਏ ਨੇ ਫੈਸਲਾ ਕਰ ਦਿੱਤਾ ਵੀ ਇਹ ਬਣਾਉਣਾ ਵਾ। ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਵਾਪਰੀ ਆ ਤੇ ਬਣੇਗਾ, ਔਰ 1.5 ਸਾਲ ਦੇ ਵਿੱਚ ਅਸੀਂ ਇਹਨੂੰ ਮੁਕੰਮਲ ਕਰ ਦਿਆਂਗੇ। ਜਿਹੜਾ ਨਕਸ਼ਾ ਬਣਾਇਆ ਵਾ ਇਹਦਾ ਡਿਜ਼ਾਈਨਰ ਵੀ ਦੁਬਈ ਤੋਂ ਆ। ਇਹਦੀ 11 ਅਸੀਂ ਫਲੋਰ ਰੱਖੇ ਨੇ ਟੋਟਲ। ਜਿੱਦਾਂ ਪਹਿਲਾ ਫਲੋਰ ਹੈ, ਪਹਿਲੀ ਮੰਜ਼ਿਲ ਹੈ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਹੈ। ਦੂਸਰੀ ਗੁਰੂ ਅੰਗਦ ਦੇਵ ਪਾਤਸ਼ਾਹ, ਤੀਸਰੀ ਗੁਰੂ ਅਮਰਦਾਸ ਪਾਤਸ਼ਾਹ, ਇਸ ਤਰ੍ਹਾਂ ਨੇ। ਜਿਹੜਾ 11ਵਾਂ ਫਲੋਰ ਹੈ ਉੱਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪ੍ਰਕਾਸ਼ਮਾਨ ਹੋਣਗੇ। ਔਰ 11ਵਾਂ ਫਲੋਰ ਵੀ ਇਸ ਤਰ੍ਹਾਂ ਦਾ ਬਣਿਆ ਕਿ ਮੇਰੇ ਖਿਆਲ ਸ਼ਾਇਦ ਦੁਨੀਆ 'ਚ ਪਹਿਲਾ ਹੋਵੇ ਕਿ ਥੱਲਿਓਂ ਸਕੇਅਰ ਜਾ ਰਿਹਾ, ਉੱਪਰ ਜਾ ਕੇ ਰਾਊਂਡ ਹੈਗਾ। ਸਾਡੇ 2 ਨਿਸ਼ਾਨੇ ਨੇ। ਪਹਿਲੀ ਗੱਲ ਕਿ ਜੇ ਅਸੀਂ ਸਕੂਲ ਨੂੰ ਬਣਾ ਰਹੇ ਹਾਂ ਤੇ ਜੇ ਦੁਨੀਆ ਇਹ ਕਹਿ ਦਿੰਦੀ ਵੀ ਉਹ ਫਲਾਨਾ ਬੱਚਾ ਜੀ ਸਨਾਵਰ ਦਾ ਪੜ੍ਹਿਆ ਤਦ ਅਫਸਰ ਬਣਿਆ, ਮੈਂ ਦਾਅਵੇ ਨਾਲ ਗੱਲ ਕਹਿਣਾ ਸਿੱਖ ਇਹ ਗੱਲ 'ਤੇ ਮਾਣ ਕਰਨਗੇ ਕਿ ਨਿਸ਼ਾਨੇ ਸਿੱਖ ਖਾਲਸਾ ਦਾ ਬੱਚਾ ਪੜ੍ਹਿਆ ਹੋਇਆ ਇਹ ਅਫਸਰ ਤੇ ਬਣੇਗਾ ਹੀ ਬਣੇਗਾ। ਇੱਕ ਟੌਪ ਦਾ ਨਾਲ ਸਿੱਖ ਨੂੰ ਸਿੰਘ ਤੇ ਸਿੰਘ ਨੂੰ ਖਾਲਸਾ ਵੀ ਬਣਾਉਣਾ ਵਾ। ਇਕੱਲਾ ਇੱਥੋਂ ਤੱਕ ਨਹੀਂ ਰਹਿਣ ਦੇਣਾ ਵੀ ਗੁਰਬਾਣੀਆਂ ਕੰਠ ਹੋ ਗਈਆਂ ਜੀ, ਕੇਸ ਦਾੜਾ ਉਹਨੇ ਰੱਖ ਲਿਆ, ਇੱਥੋਂ ਤੱਕ ਲੈਵਲ ਨਹੀਂ ਹੋਏਗਾ। ਪੂਰੇ ਜਿੱਥੋਂ ਮਰਜ਼ੀ ਆਉਣ, ਲੇਕਿਨ ਮੈਰਿਟ ਤੇ ਹੋਏਗਾ। ਮੈਰਿਟ ਤੋਂ ਬਿਨਾਂ ਕੋਈ ਕਿਸੇ ਪੋਲੀਟੀਕਲ ਦੀ ਇੰਟਰਫੀਰੈਂਸ ਨਹੀਂ ਹੋਣ ਦਿੱਤੀ ਜਾਏਗੀ, ਕਿਸੇ ਸਮਾਗਮ ਦੇ ਵਿੱਚ ਨਹੀਂ। ਤੁਸੀਂ ਬਣੇ ਹੋਏ ਹੋ ਟੀਵੀ NRI ਦੇ ਨਾਲ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਇਸ ਵੇਲੇ ਗੁਰੂਆਂ ਦੀ ਨਗਰੀ ਕਰਤਾਰਪੁਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ। ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਕੂਲ ਖੁੱਲ੍ਹਣ ਜਾ ਰਿਹਾ ਹੈ ਜਿਸ ਦੇ ਵਿੱਚ ਕੋਈ ਫੀਸ ਨਹੀਂ ਲੱਗੇਗੀ। ਬਸ ਸ਼ਰਤ ਇੱਕ ਹੋਵੇਗੀ ਕਿ ਜਿਸ ਵੀ ਵਿਦਿਆਰਥੀ ਨੇ ਸਕੂਲ ਦੇ ਵਿੱਚ ਦਾਖਲ ਹੋਣਾ ਹੈ ਉਸ ਨੂੰ ਸਿੱਖ ਸੱਜਣਾ ਹੋਵੇਗਾ, ਉਸ ਨੂੰ ਸਿੰਘ ਸੱਜਣਾ ਹੋਵੇਗਾ। ਇੱਥੋਂ ਦੇ ਡਾਕਟਰ ਸਾਹਿਬ ਨੇ, ਡਾਕਟਰ ਗੁਰਵਿੰਦਰ ਸਿੰਘ ਸਮਰਾ ਸਾਹਿਬ, ਇਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਤੇ ਇਹਨਾਂ ਨੇ ਆਪਣੀ ਜਿਹੜਾ ਇੱਕ ਹੋਟਲ ਸੀ ਉਸ ਨੂੰ ਢਹਿ ਢੇਰੀ ਕਰਕੇ ਉਸ ਦੇ ਵਿੱਚ ਇਹ ਸਕੂਲ ਬਣਾਉਣ ਦਾ ਫੈਸਲਾ ਕੀਤਾ ਹੈ। ਕਿਉਂਕਿ ਸਿੱਖੀ ਤੋਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਦੂਰ ਹੁੰਦੀ ਜਾ ਰਹੀ ਹੈ, ਉਸ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ। ਦੂਸਰਾ ਇਹ ਕਿ ਸਾਡੇ ਜਿਹੜਾ ਸਮਾਜ ਹੈ ਜਿਸ ਦੇ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ, ਜਾਂ ਅਫਸਰਸ਼ਾਹੀ ਦੇਖਿਆ ਜਾਵੇ ਜਾਂ ਵੱਡੇ ਅਹੁਦਿਆਂ ਦੇ ਦੇਖਿਆ ਜਾਵੇ ਕਿ ਜਿਹੜੇ ਸਿੱਖ ਨੌਜਵਾਨ ਨੇ ਉਹ ਨਹੀਂ ਪਹੁੰਚ ਪਾ ਰਹੇ, ਉਹਨਾਂ ਨੂੰ ਉਸ ਅਹੁਦਿਆਂ ਤੱਕ ਪਹੁੰਚਾਇਆ ਜਾ ਸਕੇ, ਉਸ ਨੂੰ ਲੈ ਕੇ ਇਹਨਾਂ ਨੇ ਉਪਰਾਲਾ ਇਹ ਸ਼ੁਰੂ ਕੀਤਾ ਹੈ। ਗੱਲਬਾਤ ਕਰਾਂਗੇ ਡਾਕਟਰ ਗੁਰਵਿੰਦਰ ਸਿੰਘ ਹੋਣਾ ਨਾਲ। ਸਰ, ਇਹ ਜਿਹੜਾ ਉਪਰਾਲਾ ਕੀਤਾ ਹੈ ਤੁਸੀਂ, ਕਿਸ ਤਰ੍ਹਾਂ ਇਹ ਮਨ ਵਿੱਚ ਖਿਆਲ ਆਇਆ ਕਿ ਇਸ ਤਰ੍ਹਾਂ ਜਿਹੜਾ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ, ਵਿੱਦਿਆ ਵੀ ਇਹ ਦਿੱਤੀ ਜਾ ਸਕੇ ਔਰ ਧਰਮ ਦਾ ਵੀ ਪ੍ਰਸਾਰ ਹੋਵੇ? ਇਹ ਜਿਹੜੇ ਇਹੋ ਜਿਹੇ ਕਾਰਜ ਹੁੰਦੇ ਨੇ ਇਹ ਮਾਲਕ ਦੀ ਖੇਡ ਵਾਪਰਦੀ ਹੈ ਸੋਚਾਂ ਵਿਚਾਰਾਂ ਨਾਲ ਹੁੰਦੇ ਨਹੀਂ ਆ। ਪਟਨਾ ਸਾਹਿਬ ਧਰਤੀ ਤੇ ਬੈਠੇ ਸੀ, ਗੁਰੂ ਪਾਤਸ਼ਾਹ ਦੇ ਉੱਥੇ ਹੀ ਬੈਠਿਆਂ ਮਨ 'ਚ ਫੁਰਨਾ ਉੱਠਿਆ। ਬਸ ਫੁਰਨਾ ਉੱਠਿਆ ਵਾ, ਨਾਲ ਹੀ ਪਟਨਾ ਸਾਹਿਬ ਤੋਂ ਆਏ ਨੇ ਫੈਸਲਾ ਕਰ ਦਿੱਤਾ ਵੀ ਇਹ ਬਣਾਉਣਾ ਵਾ। ਬਣਾਉਣ ਤੋਂ ਬਾਅਦ ਵੀ ਜਗ੍ਹਾ ਕਿੱਥੇ ਹੋਵੇਗਾ, ਹੋਟਲ ਢਾਹ ਦਿਓ। ਹੋਟਲ ਸੀ ਉਹ ਢਾਹ ਦਿੱਤਾ, ਢੱਠਦਾ ਪਿਆ। ਔਰ ਨਾਲ ਹੀ 13 ਅਪ੍ਰੈਲ ਨੂੰ ਜਿਹੜੀ ਹੈਗੀ ਆ ਉਹ ਨੀਂਹ ਪੱਥਰ ਰੱਖ ਦਿੱਤਾ ਗਿਆ। ਔਰ ਮਾਲਕ ਇਹਦਾ ਕਾਰਜ ਜਿਹੜੇ ਇਹੋ ਜਿਹੇ ਕਾਰਜ ਹੁੰਦੇ ਨੇ ਕਿ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਜਿਵੇਂ ਕਹਾਂ ਕਿ ਮੈਂ ਜਾਂ ਕੋਈ ਹੋਰ ਕੋਈ ਵੀ ਵਿਅਕਤੀ ਇਹੋ ਜਿਹੇ ਕਾਰਜ ਨਹੀਂ ਕਰ ਸਕਦਾ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਖੇਡ ਵਰਤਾਉਂਦਾ ਵਾ ਅਤੇ ਉਹਦੀ ਖੇਡ ਵਾਪਰਦੀ ਹੈ। ਕਿਸੇ ਨੂੰ ਫੜ ਕੇ ਅੱਗੇ ਲਾ ਕੇ ਕੁਛ ਕਰਦੀ ਉਹਦੀ ਮੌਤ ਹੈਗੀ ਆ। ਅਤੇ ਏਡੇ ਵੱਡੇ ਕਾਰਜ ਵੀ ਉਹੀ ਕਰ ਸਕਦਾ, ਇਨਸਾਨ ਦੇ ਵੱਸ ਦੀਆਂ ਗੱਲਾਂ ਨਹੀਂ ਹੈਗੀਆਂ ਅਤੇ ਨਾ ਆਪਾਂ ਕਰ ਹੀ ਸਕਦੇ। ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਵਾਪਰੀ ਆ ਅਤੇ ਬਣੇਗਾ, ਔਰ 1.5 ਸਾਲ ਦੇ ਵਿੱਚ ਅਸੀਂ ਇਹਨੂੰ ਮੁਕੰਮਲ ਕਰ ਦਿਆਂਗੇ। ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਦੱਸਿਆ ਕਿ ਜਿਵੇਂ ਕਿ ਹੋਟਲ ਤੁਹਾਡਾ ਸੀਗਾ ਉਹਨੂੰ ਢਹਿ ਢੇਰੀ ਕਰਕੇ ਇੱਥੇ ਸਕੂਲ ਦੀ ਜਿਹੜੀ ਇਮਾਰਤ ਬਣੀ ਆ, ਕਿਸ ਤਰ੍ਹਾਂ ਦਾ ਇਹਦਾ ਨਕਸ਼ਾ ਹੋਵੇਗਾ, ਕਿੰਨੇ ਏਕੜ ਜਗ੍ਹਾ ਆ, ਕਿੰਨੇ ਚਰਚ ਤਿਆਰ ਹੋਊਗਾ? ਦੇਖੋ, ਇਹ ਜਿਹੜੇ ਹੈਗੇ ਕਰੀਬ 2 ਏਕੜ ਦੇ ਲਾਗੇ ਜਗ੍ਹਾ ਹੈ, ਔਰ ਇਹਦੇ ਜਿਹੜਾ ਨਕਸ਼ਾ ਬਣਾਇਆ ਵਾ ਇਹਦਾ ਡਿਜ਼ਾਈਨਰ ਵੀ ਦੁਬਈ ਤੋਂ ਆ।
ਇਹਦੀਆਂ 11 ਅਸੀਂ ਫਲੋਰ ਰੱਖੇ ਨੇ ਟੋਟਲ। ਜਿੱਦਾਂ ਪਹਿਲਾ ਫਲੋਰ ਹੈ, ਪਹਿਲੀ ਮੰਜ਼ਿਲ ਹੈ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਹੈ। ਦੂਸਰੀ ਗੁਰੂ ਅੰਗਦ ਦੇਵ ਪਾਤਸ਼ਾਹ, ਤੀਸਰੀ ਗੁਰੂ ਅਮਰਦਾਸ ਪਾਤਸ਼ਾਹ, ਇਸ ਤਰ੍ਹਾਂ ਨੇ। ਲੇਕਿਨ ਜਿਸ ਤਰ੍ਹਾਂ ਫਸਟ ਫਲੋਰ ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਤੇ ਹੈ, ਅਤੇ ਹਰ ਫਲੋਰ ਦੇ ਉੱਤੇ ਇੱਕ ਮਿਊਜ਼ੀਅਮ ਹੋਏਗਾ। ਉਸ ਮਿਊਜ਼ੀਅਮ ਦੇ ਵਿੱਚ ਪੂਰੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਿੱਥੋਂ ਤੁਰੀ ਹੈ, ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਪੂਰੀ ਜੀਵਨੀ, ਪੂਰੀ ਹਿਸਟਰੀ, ਗੁਰਬਾਣੀ ਕਦੋਂ ਉਚਾਰਨ ਕੀਤੀ, ਕਿੱਥੇ ਉਚਾਰਨ ਕੀਤੀ, ਉਦਾਸੀਆਂ ਕਦੋਂ, ਪੂਰੀ ਡਿਟੇਲ ਉਸ ਮਿਊਜ਼ੀਅਮ ਦੇ ਵਿੱਚ ਹੋਵੇਗੀ। ਫਿਰ ਹਰ ਫਲੋਰ 'ਤੇ ਜਿੱਦਾਂ ਗੁਰੂ ਅੰਗਦ ਦੇਵ ਪਾਤਸ਼ਾਹ ਸੈਕੰਡ ਫਲੋਰ ਆ ਜਾਂਦਾ, ਉੱਥੇ ਜਾ ਕੇ ਜਿਹੜਾ ਮਿਊਜ਼ੀਅਮ ਹੋਏਗਾ, ਪੂਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਟੋਰੀ, ਹਿਸਟਰੀ, ਜਿੰਨਾ ਵੀ ਉਹਨਾਂ ਦਾ ਜੀਵਨ ਹੈ, ਗੁਰਬਾਣੀ ਕਦੋਂ ਉਚਾਰਨ ਕੇ ਪੂਰੀ ਡਿਟੇਲ ਉਹਦੇ ਵਿੱਚ ਹੋਏਗੀ। ਇਸ ਤਰ੍ਹਾਂ 10 ਪਾਤਸ਼ਾਹੀਆਂ ਦਾ 10 ਫਲੋਰਾਂ ਦੇ ਉੱਪਰ ਹਰ ਇੱਕ ਮਿਊਜ਼ੀਅਮ ਦੇ ਵਿੱਚ ਪੂਰੀ ਹੋਏਗੀ ਡਿਟੇਲ। ਜਿਹੜਾ 11ਵਾਂ ਫਲੋਰ ਹੈ, ਉੱਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪ੍ਰਕਾਸ਼ਮਾਨ ਹੋਣਗੇ। ਔਰ 11ਵਾਂ ਫਲੋਰ ਵੀ ਇਸ ਤਰ੍ਹਾਂ ਦਾ ਬਣਿਆ ਕਿ ਮੇਰੇ ਖਿਆਲ ਸ਼ਾਇਦ ਦੁਨੀਆ 'ਚ ਪਹਿਲਾ ਹੋਵੇ ਕਿ ਥੱਲਿਓਂ ਸਕੇਅਰਜ਼ ਆ ਰਿਹਾ, ਉੱਪਰ ਜਾ ਕੇ ਰਾਊਂਡ ਹੈਗਾ। ਔਰ ਉੱਥੇ ਜਿਹੜਾ ਮਿਊਜ਼ੀਅਮ ਹੋਏਗਾ, ਉਹਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਹੋਏ ਨੇ, ਮਹਾਨ ਯੋਧੇ, ਜਰਨੈਲ, ਸਿੱਖੀ ਦਾ ਜਿਹੜਾ ਇਤਿਹਾਸ ਹੀ ਬੜਾ ਅਮੀਰ ਹੈਗਾ ਵਾ। ਅੱਜ ਸਾਡੇ ਬੱਚੇ ਉੱਤੋਂ ਦੂਰ ਚਲ ਗਏ ਨੇ। ਕੌਣ ਜਾਣਦਾ ਹਰੀ ਸਿੰਘ ਨਲੂਆ ਕੌਣ ਸੀ, ਕੌਣ ਜਾਣਦਾ ਭਾਈ ਤਾਰੂ ਸਿੰਘ ਹੋਰਾਂ ਨੂੰ। ਬਹੁਤ ਬੱਚੇ ਘੱਟ ਇਹਨਾਂ ਗੱਲਾਂ ਤੋਂ ਜਾਣਦੇ ਨੇ। ਕੌਣ ਜਾਣਦਾ ਕਿ ਮੱਸੇ ਰੰਗ ਦਾ ਸਿਰ ਲਾਉਣ ਵਾਲੇ ਕਿਹੜੇ ਸੀ। ਇਹ ਸਾਰੇ ਜਿੰਨੇ ਵੀ ਸਾਡੇ ਮਹਾਨ ਸਿੱਖ ਨੇ, ਯੋਧੇ, ਜਰਨੈਲ, ਸ਼ਹੀਦ ਨੇ, ਇਹਨਾਂ ਸਾਰਿਆਂ ਦੀ ਹਿਸਟਰੀ ਜਿਹੜੇ ਸਭ ਤੋਂ ਲਾਸਟ 11ਵਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਣਗੇ, ਉੱਥੇ ਉਸ ਫਲੋਰ ਦੇ ਉੱਤੇ ਜਿਹੜੀ ਹੈਗੀ ਆ 11ਵੀਂ ਫਲੋਰ ਦੇ ਉੱਤੇ ਉਹ ਮਿਊਜ਼ੀਅਮ ਦੇ ਵਿੱਚ ਇਹ ਸਾਰੀ ਹੋਏਗੀ, ਤਾਂ ਜੋ ਸਾਰੇ ਬੱਚਿਆਂ ਨੂੰ ਇਹ ਪਤਾ ਚੱਲ ਸਕੇ ਕਿ ਸਾਡਾ ਜਿਹੜਾ ਸਿੱਖੀ ਦਾ ਇਤਿਹਾਸ ਕਿੱਥੋਂ ਤੁਰਿਆ ਅਤੇ ਕਿੱਥੇ ਤੱਕ ਪਹੁੰਚਿਆ। ਅੱਜ ਬੱਚਿਆਂ ਕਿਤੇ ਪੁੱਛ ਲਈਏ ਨਾ ਵੀ ਅੱਜ ਕੀ ਦਿਨ ਹੈਗਾ, ਤਾਂ ਇੰਨਾ ਵੀ ਜਾਣਦੇ ਗੁਰੂ ਨਾਨਕ ਬਰਥਡੇ ਆ ਜੀ, ਇਹ ਤੋਂ ਗਾੜੀ ਕੱਖ ਵੀ ਨਹੀਂ ਪਤਾ। ਇਸ ਕਰਕੇ ਮਨ ਦੇ ਵਿੱਚ ਮਾਲਕ ਨੇ ਫੁਰਨਾ ਦਿੱਤਾ ਹੈ, ਮਾਲਕ ਨੇ ਕਾਰਜ ਹੈ, ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਵਾਪਰਨ ਡਈ ਹੈ। ਜਿਸ ਦਿਨ ਦਾ ਵੀ ਕਹਿ ਲਓ ਇਸ ਪਾਸੇ ਨੂੰ ਤੁਰੇ ਆ, ਕੋਈ ਘਾਟ ਹੀ ਨਹੀਂ ਹੈਗੀ, ਕੋਈ ਕਮੀ ਵੀ ਹੈ ਨਹੀਂ, ਵੀ ਕਿਸੇ ਥਾਂ 'ਤੇ ਕੋਈ ਰੁਕਾਵਟ ਨਹੀਂ ਆਈ, ਕਿਸੇ ਥਾਂ 'ਤੇ ਕੋਈ ਦਿੱਕਤ ਨਹੀਂ ਆਈ। ਔਰ ਨਾ ਹੀ ਦਿੱਕਤ ਕਦੀ ਆ ਸਕਦੀ ਹੈ, ਅਤੇ ਨਾ ਹੀ ਇਹ ਕਦੀ ਬਿਲਡਿੰਗ ਰੁਕ ਸਕਦੀ। ਕਿਉਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਤਾਕਤ ਹੈ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ, ਉਹ ਇੰਨੀ ਕੁ ਵੱਡੀ ਹੈ ਕਿ ਜਿੱਥੇ ਉਹ ਕਾਰਜ ਉਹਨੇ ਕਰਨਾ ਉਹਨੇ ਕਰ ਹੀ ਦੇਣਾ ਹੈਗਾ। ਅਤੇ ਕੁਛ ਵੀ ਨਹੀਂ, ਇਹ ਤਾਂ ਕੀ ਹੈ, ਮੇਰੇ ਖਿਆਲ ਚਾਹੋ ਤੇ ਹਜ਼ਾਰਾਂ ਇਹੋ ਜਿਹੀਆਂ ਬਿਲਡਿੰਗਾਂ ਖੜੀਆਂ ਕਰ ਦੇਵੇ, ਇਹ ਤਾਂ ਕੀ ਹੈ, ਤੇ ਮਾਲਕ ਦੀ ਖੇਡ ਹੈ, ਇਨਸਾਨੀ ਵਾਸ ਦੀ ਗੱਲ ਨਹੀਂ ਹੈਗੀ। ਡਾਕਟਰ ਸਾਹਿਬ, ਫਿਰ ਵੀ ਇਨਵੈਸਟਮੈਂਟ ਜ਼ਰੂਰੀ ਹੁੰਦੀ ਜਦੋਂ ਕਿਸੇ ਵੱਡੇ ਕਾਰਜ ਨੂੰ ਆਪਾਂ ਸ਼ੁਰੂ ਕਰਦੇ ਹਾਂ। ਹਾਲਾਂਕਿ ਗੁਰੂ ਸਾਹਿਬ ਜਿਹੜੇ ਕਾਰਜ ਹੁੰਦੇ ਨੇ ਸ਼ੁਰੂ ਆਪ ਕਰਵਾਉਂਦੇ ਨੇ, ਔਰ ਨੇਪਰੇ ਵੀ ਆਪ ਚਾੜਦੇ ਨੇ, ਪਰ ਫਿਰ ਵੀ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਨਵੈਸਟਮੈਂਟ ਕਿੱਥੋਂ ਆਊਗੀ? ਤੁਸੀਂ ਸਾਰੀ ਸੇਵਾ ਆਪ ਹੀ ਲਈ ਆ ਜਾਂ ਸੰਗਤਾਂ ਵੀ ਸਹਿਯੋਗ ਕਰਨਗੀਆਂ? ਇਸ ਤਰ੍ਹਾਂ ਦੀ ਕੋਈ ਨਹੀਂ, ਅਜੇ ਸਹਿਯੋਗ ਲੈਣ ਵਾਲੀ ਗੱਲ ਨਹੀਂ ਹੈ। ਮਾਲਕ ਦੀ ਕਿਰਪਾ ਹੀ ਇੰਨੀ ਕੁ ਜ਼ਿਆਦਾ ਹੈ ਕਿ ਮੈਂ ਬੜੇ ਸਪਸ਼ਟ ਇਹ ਕਹਿਣਾ ਕਿ ਜੇਕਰ ਸਵੇਰ ਤੋਂ ਸ਼ਾਮ ਤੱਕ 14 ਸਾਡੇ ਡਾਕਟਰ ਨੇ, ਅਤੇ 14 ਡਾਕਟਰਾਂ ਕੋਲ 14 ਮਿੰਟ ਦਾ ਵੀ ਟਾਈਮ ਨਹੀਂ ਹੈਗਾ। ਜਿੰਨੇ ਵੀ ਪੇਸ਼ੈਂਟ ਕਰੀਬ 500-600 ਪੇਸ਼ੈਂਟ ਡੇਲੀ ਦੇਖਦੇ ਔਰ ਪੂਰਾ ਹਸਪਤਾਲ ਫੁੱਲ ਭਰਿਆ ਪਿਆ। ਮੈਂ ਇਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਸੰਗਤ ਦੇ ਰੂਪ ਵਿੱਚ ਦੇਖਦੇ ਹਾਂ। ਔਰ ਜਿੰਨਾ ਵੀ ਇਹ ਸੰਗਤ ਦਾ ਜੇ ਆਪਾਂ ਕਹੀਏ ਪੈਸਾ, ਅਤੇ ਜਿਹੜਾ ਜਿੰਨਾ ਵੀ ਮਰੀਜ਼ਾਂ ਦੇ ਉੱਤੋਂ ਪੈਸਾ ਆਉਂਦਾ ਉਹ ਸਾਰਾ ਸੰਗਤ ਦਾ ਪੈਸਾ ਹੈ, ਕਿਸੇ ਵਿਅਕਤੀ ਦਾ ਪੈਸਾ ਨਹੀਂ ਹੈ। ਮਾਲਕ ਨੇ ਮੈਨੂੰ 200 ਸਟਾਫ ਹੈ ਜਿਹੜਾ ਮੇਰੇ ਨਾਲ ਹੈ, 14 ਡਾਕਟਰ ਨੇ, ਮੈਨੂੰ ਕੁਰਸੀ ਦਿੱਤੀ ਹੈ, ਇੱਜ਼ਤ ਦਿੱਤੀ ਹੈ, ਬੈਠਾ ਹੋਇਆ। ਹੋਰ ਮੈਂ ਕਿਹੜੀ ਇੱਥੇ ਕਣਕ ਵੱਢਣ ਡਿਆ, ਇਹ ਸਾਰਾ ਹੀ ਇਹ ਸੰਗਤ ਦਾ ਹੀ ਹੈ। ਇਹਨੂੰ ਅਸੀਂ ਕਿਸੇ ਦਾ ਆਪਣਾ ਦਾ ਨਹੀਂ ਕਹਾਂਗੇ, ਮੈਂ ਨਹੀਂ ਕਹਾਂਗਾ ਮੈਂ ਨਿੱਜੀ ਕੀਤਾ, ਸਾਰਿਆਂ ਇੱਕ ਇਹ ਮਾਲਕ ਨੇ ਇੱਕ ਜ਼ਰੀਆ ਬਣਾਇਆ, ਇੱਕ ਸਿਸਟਮ ਬਣਾਇਆ। ਪੈਸਾ ਤਾਂ ਸੰਗਤ ਦਾ ਹੀ ਹੈ ਨਾ। ਜੇ ਮਰੀਜ਼ ਨੇ ਤਾਂ ਸੰਗਤ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਗਿਣਦੇ ਹਾਂ ਕਿ ਮਰੀਜ਼ ਆ ਪਾਤਸ਼ਾਹ ਦੇ ਭੇਜੇ ਹੋਏ ਨੇ, ਠੀਕ ਕਰਨ ਵਾਲਾ ਤਾਂ ਉਹੀ ਹੈ ਨਾ। ਜੇਕਰ ਕਿਸੇ ਡਾਕਟਰ ਦੇ ਵੱਸ ਹੋਵੇ ਤਾਂ ਡਾਕਟਰ ਦੇ ਕਿਸੇ ਨੂੰ ਦੁਖੀ ਨਾ ਰਹਿਣ ਦੇਣ, ਇਹ ਖੇਡ ਵੀ ਉਹੀ ਵਰਤਾਉਂਦਾ। ਔਰ ਅੱਜ ਮੈਂ ਕਹਿੰਦਾ ਜੀ ਪੂਰੇ ਜ਼ਿਲ੍ਹੇ ਦੇ ਜਲੰਧਰ ਦੇ ਜਿਹੜੇ ਵੱਡੇ ਤੋਂ ਵੱਡੇ ਹੌਸਪੀਟਲ ਨਾ, ਜੇ ਇੱਕ ਪਾਸੇ ਉਹਨਾਂ ਦੀ ਕਮਾਈ ਹੋਵੇ ਅਤੇ ਦੂਸਰੇ ਪਾਸੇ ਸਾਡੇ ਇਕੱਲਿਆਂ ਦੀ ਇੰਨੀ ਚੱਲਦੀ, ਕਿਉਂਕਿ ਨੰਬਰ ਆਫ ਪੇਸ਼ੈਂਟ ਹੀ ਇੰਨਾ ਕੁ ਹੈਗਾ ਸਾਡੇ ਕੋਲ। ਜਿਹੜੇ ਵੱਡੇ ਤੋਂ ਵੱਡੇ ਹੌਸਪੀਟਲਾਂ ਦੇ ਵਿੱਚ 4 ਆਪਰੇਸ਼ਨ ਹੁੰਦੇ ਤੇ ਰੋਜ਼ ਦੇ 4 ਹੋ ਜਾਂਦੇ ਨੇ। ਔਰ ਅਸੀਂ ਵਾਰਡ ਵੀ ਫ੍ਰੀ ਰੱਖੀ ਹੈ, ਕਿਸੇ ਡਾਕਟਰ ਦੀ OPD ਫੀਸ ਨਹੀਂ ਰੱਖੀ ਹੈਗੀ। ਔਰ ਪਹਿਲਾਂ ਜਿਹੜਾ ਹੈਗਾ ICU ਵੀ ਫ੍ਰੀ ਰੱਖਿਆ ਹੋਇਆ। ਲੇਕਿਨ ਫਿਰ ਵੀ ਕਮੀ ਨਹੀਂ, ਬਸ ਖੇਡ ਹੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਾਪਰਦੀ ਜੇ ਕਿ ਪਤਾ ਹੀ ਨਹੀਂ ਲੱਗਦਾ ਹੈਗਾ। ਜੇਕਰ ਮੈਨੂੰ ਇੰਨਾ ਕੌਨਫੀਡੈਂਸ ਹੈ ਕਿ ਜੇਕਰ ਸਵੇਰੇ ਮੈਨੂੰ 10 ਕਰੋੜ ਵੀ ਚਾਹੀਦਾ ਤਾਂ ਮੇਰਾ ਗੁਰੂ ਰਾਮਦਾਸ ਪਾਤਸ਼ਾਹ ਦੇਗਾ ਹੋਣਗੇ। ਉਹ ਇਹ ਸਾਰਾ ਜਿਹੜਾ ਪੈਸਾ ਵਾ ਇਹ ਸੰਗਤ ਦਾ ਹੀ ਅਸੀਂ ਗਿਣਦੇ, ਔਰ ਸੰਗਤ ਦਾ ਹੀ ਪੈਸਾ ਹੈਗਾ। ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮੈਂ ਕਮਾ ਰਿਹਾ, ਜੇ ਮੈਂ ਵਾਲੀ ਤਾਂ ਗੱਲ ਹੀ ਨਹੀਂ ਇੱਥੇ ਕੋਈ ਹੈਗੀ। ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਹੈ, ਮਰੀਜ਼ ਹੈ, ਉਹਦੀ ਸੰਗਤ ਹੈ, ਉਹ ਸੰਗਤ ਦੇ ਰੂਪ ਵਿੱਚ, ਇਸ ਸੰਗਤ ਦੇ ਰੂਪ ਵਿੱਚ ਆ ਗਿਆ ਜਾਂ ਮਰੀਜ਼ ਦੇ ਰੂਪ ਵਿੱਚ ਉਹਨੂੰ ਨੇ ਆਰਾਮ ਦੇਣਾ ਸੀ, ਉਧਰਲੇ ਬੰਨੇ ਉਹਨੇ ਕਰਨਾ। ਇਹ ਸਭ ਖੇਡਾਂ ਉਹਦੀਆਂ ਨੇ, ਇਹ ਇਨਸਾਨੀ ਗੱਲ ਨਹੀਂ ਹੈਗੀ। ਬਾਕੀ ਗੁਰੂ ਰਾਮਦਾਸ ਪਾਤਸ਼ਾਹ ਕਰੇਗਾ, ਕਰਾਵਾਂਗੇ, ਕਰੇ ਹੋਏਗਾ, ਹਰ ਹਾਲਤ ਹੋਏਗਾ।
ਡਾਕਟਰ ਸਾਹਿਬ ਪੈਟਰਨ ਕੀ ਹੋਊਗਾ, ਸਿੱਖਿਆ ਦਾ ਪੈਟਰਨ ਕੀ ਹੋਊਗਾ? ਸਾਰਾ ਧਾਰਮਿਕ ਹੋਊਗਾ ਇਸ ਤਰ੍ਹਾਂ ਵਾ। ਪਹਿਲੀ ਗੱਲ ਤੇ ਹੈ ਕਿ ਕਿਸੇ ਦੀ ਮਾਲਕੀਤੀ ਨਹੀਂ ਹੋਏਗੀ, ਨਿੱਜੀ ਮਾਲਕੀਤੀ ਕਿਸੇ ਦੀ ਨਹੀਂ ਹੋਏਗੀ, ਨਾ ਇਹ ਮੇਰੀ ਹੋਏਗੀ ਨਾ ਕਿਸੇ ਟਰਸਟ ਦੀ ਹੋਏਗੀ। ਇਹ ਪ੍ਰਾਪਰਟੀ ਜਿਹੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਹੀ ਰਹੇਗੀ। ਪਹਿਲਾਂ ਵੀ ਮੇਰੇ ਕੋਲ 10 ਏਕੜ ਜ਼ਮੀਨ ਸੀਗੀ ਖਡੂਰ ਸਾਹਿਬ ਦੇ ਲਵੇ, ਤੇ ਉਹ ਨਿਸ਼ਾਨੇ ਸਿੱਖੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ ਚਲਾ ਰਹੇ ਨੇ, ਉਹਨਾਂ ਨੂੰ ਦੇ ਦਿੱਤੀ ਸੀ। ਠੀਕ ਹੈ ਕਿ ਇਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਹੈ, ਕਿਸੇ ਵਿਅਕਤੀ ਦੀ ਵੀ ਪ੍ਰਾਪਰਟੀ ਨਹੀਂ ਹੋਏਗੀ। ਇਹ ਪ੍ਰਾਪਰਟੀ ਸਿਰਫ ਗੁਰੂ ਰਾਮਦਾਸ ਪਾਤਸ਼ਾਹ ਦੀ ਹੋਏਗੀ, ਇਹ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ ਹੈਗੀ, ਕਿਸੇ ਦੀ ਨਿੱਜੀ ਨਹੀਂ ਹੋਏਗੀ। ਦੂਸਰਾ ਜਿਹੜਾ ਪੜ੍ਹਾਈ ਦਾ ਮਿਆਰ ਹੈਗਾ ਉਹ ਅਸੀਂ CBSE ਸਿਲੇਬਸ ਆ ਸਾਰਾ, ਪਰ ਅਸੀਂ ਇਹ CBSE ਸਿਲੇਬਸ ਦੇ ਵਿੱਚ ਅਸੀਂ ਇਹ ਤੇ ਨਾਲ ਜਿਹੜਾ ਐਡ ਕੀਤਾ ਵਾ 3 ਸਬਜੈਕਟ ਐਡ ਕੀਤੇ ਨੇ ਜਿਹੜੇ ਸਿੱਖੀ ਦੇ ਨੇ, ਕਿ 3 ਸਬਜੈਕਟ ਜਿੱਥੇ ਉਹਨੂੰ CBSE ਸਿਲੇਬਸ ਦਾ ਸਟੱਡੀ ਕਰਨੀ ਆ, ਉਹਨੂੰ ਨਾਲ ਜਿਹੜੇ 3 ਐਡੀਸ਼ਨ ਸਬਜੈਕਟ ਨੇ ਉਹ ਵੀ ਨਾਲ ਪੜ੍ਹਨੇ ਹੀ ਪੈਣਗੇ। ਅਸੀਂ ਕਰ ਸਕਦੇ, ਸਾਡਾ ਰਾਈਟ ਹੈਗਾ ਵਾ। ਔਰ ਅਸੀਂ ਉਹ 3 ਸਬਜੈਕਟ ਕੀਤੇ। ਇਕੱਲੇ ਇੱਥੋਂ ਤੱਕ ਨਹੀਂ ਹੈ ਜੀ, ਗੁਰਬਾਣੀ ਕੰਠ ਕਰ ਲਈ ਹੈ, 5 ਗੁਰਬਾਣੀਆਂ ਕੰਠ ਹੈ, ਨਿਤਨੇਮੀ ਹੋ ਗਿਆ, ਜਾਂ ਇਹਨੂੰ ਗੁਰੂਆਂ ਦੇ ਨਾਂ ਦਾ ਪਤਾ ਬਿਲਕੁਲ ਨਹੀਂ ਹੈਗਾ, ਉਹਨੂੰ ਪੂਰੀ ਸਟੱਡੀ ਕਰਨੀ ਹੀ ਪਏਗੀ ਉਹ ਨਾਲ। ਔਰ ਬਕਾਇਦਾ ਐਗਜ਼ਾਮ ਹੋਏਗਾ ਉਹਦਾ ਨਾਲ, ਵਿਦਾਊਟ ਐਗਜ਼ਾਮ, ਵਿਦਾਊਟ ਪੂਰੀ ਹਿਸਟਰੀ, ਪੂਰੀ ਡਿਟੇਲ। ਜਿਸ ਤਰ੍ਹਾਂ ਇੱਕ ਕਹਿ ਦਿੰਦੇ ਕਿ ਟੌਪ ਦਾ ਬੱਚਾ ਤਿਆਰ ਹੁੰਦਾ, ਤੇ ਸਾਡੇ 2 ਨਿਸ਼ਾਨੇ ਨੇ। ਪਹਿਲੀ ਗੱਲ ਕਿ ਜੇ ਅਸੀਂ ਸਕੂਲ ਨੂੰ ਬਣਾ ਰਹੇ ਹਾਂ, ਤੇ ਜੇ ਦੁਨੀਆ ਇਹ ਕਹਿ ਦਿੰਦੀ ਵੀ ਉਹ ਫਲਾਨਾ ਬੱਚਾ ਜੀ ਸਨਾਵਰ ਦਾ ਪੜ੍ਹਿਆ ਤਦ ਅਫਸਰ ਬਣਿਆ, ਮੈਂ ਦਾਅਵੇ ਨਾਲ ਗੱਲ ਕਹਿਣਾ, ਸਿੱਖ ਇਹ ਗੱਲ 'ਤੇ ਮਾਣ ਕਰਨਗੇ ਕਿ ਨਿਸ਼ਾਨੇ ਸਿੱਖ ਖਾਲਸਾ ਦਾ ਬੱਚਾ ਪੜ੍ਹਿਆ ਹੋਇਆ ਇਹ ਅਫਸਰ 'ਤੇ ਬਣੇਗਾ ਹੀ ਬਣੇਗਾ, ਬਣਾ ਕੇ ਛੱਡਾਂਗੇ। ਜਿੱਥੇ ਅਸੀਂ ਟੌਪ ਦਾ ਅਫਸਰ ਤਿਆਰ ਕਰਨਾ ਨਾ, ਇੱਕ ਟੌਪ ਦਾ ਨਾਲ ਸਿੱਖ ਨੂੰ ਸਿੰਘ ਤੇ ਸਿੰਘ ਨੂੰ ਖਾਲਸਾ ਵੀ ਬਣਾਉਣਾ ਵਾ। ਇਕੱਲਾ ਇੱਥੋਂ ਤੱਕ ਨਹੀਂ ਰਹਿਣ ਦੇਣਾ ਵੀ ਗੁਰਬਾਣੀਆਂ ਕੰਠ ਹੋ ਗਈਆਂ ਜੀ, ਕੇਸ ਦਾੜਾ ਉਹਨੇ ਰੱਖ ਲਿਆ ਵਾ, ਇੱਥੋਂ ਤੱਕ ਲੈਵਲ ਨਹੀਂ ਹੋਏਗਾ। ਲੈਵਲ ਇੰਨਾ ਉੱਚਾ ਹੋਏਗਾ ਕਿ ਉਹ ਜਿਹੜਾ ਬੱਚਾ ਸਿੱਖ ਦਾ ਬੱਚਾ ਇਹ ਖਾਲਸਾ ਬਣੇਗਾ, ਸਿੰਘ ਵੀ ਸੱਜੇਗਾ, ਖਾਲਸਾ ਵੀ ਪੜ੍ਹੇਗਾ। ਬੱਚੇ ਦੇ ਅੰਦਰ ਤੇ ਸਿੱਖੀ ਅਮੀਰ ਹੀ ਇੰਨੀ ਜ਼ਿਆਦੀ ਆ, ਸਾਡਾ ਹਿਸਟਰੀ ਇੰਨੀ, ਗੁਰੂ ਪਾਤਸ਼ਾਹ ਨੇ ਸਾਨੂੰ ਤਾਕਤ ਹੀ ਇੰਨੀ ਕੁ ਦੇ ਦਿੱਤੀ ਆ। ਜੇ ਕਿਸੇ ਨੌਜਵਾਨ ਨੂੰ ਸਿੱਖੀ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਹੋਵੇ, ਉਹ ਤਾਂ ਅੱਗ ਨਾਲ ਖੇਡ ਜਾਏਗਾ ਅੱਧੇ ਸੈਕਿੰਡ ਦੇ ਵਿੱਚ। ਬਾਕੀ ਦੁਨੀਆ ਤੇ ਹੈ ਹੀ ਕੀ ਆ, ਸਾਡੇ ਬੱਚਿਆਂ ਨੂੰ ਸਾਡੀ ਅਮੀਰ ਇੰਨਾ ਇਤਿਹਾਸ ਹੈ, ਜਾਣਕਾਰੀ ਪੂਰੀ ਨਹੀਂ ਹੈਗੀ। ਟੌਪ ਦਾ ਅਫਸਰ ਤਿਆਰ ਕਰਨਾ ਤੇ ਟੌਪ ਦਾ ਹੀ ਅਸੀਂ ਉਹਨੂੰ ਸਿੱਖ ਖਾਲਸਾ ਬਣਾਉਣਾ, ਦੋਵੇਂ ਚੀਜ਼ਾਂ ਟੌਪ ਦੀਆਂ। ਇਹ ਨਹੀਂ ਆ ਵੀ ਕਿਸੇ ਨੇ ਕੇਸ ਦਾੜਾ ਰੱਖ ਲਿਆ ਜੀ ਤੇ ਆਪਾਂ ਉਹਦੇ ਜੀ ਐਡਮਿਸ਼ਨ ਕਰ ਲਾਂਗੇ, ਬਿਲਕੁਲ ਇਹ ਲੈਵਲ ਨਹੀਂ ਹੋਏਗਾ। ਕਿਸੇ ਪੋਲੀਟੀਕਲ ਨੂੰ ਇੰਟਰਫੀਰੈਂਸ ਨਹੀਂ ਹੋਣ ਦਿੱਤੀ ਜਾਏਗੀ। ਜਿੰਨੇ ਟਰਸਟੀ ਹੈਗੇ ਨੇ ਸਾਰੇ ਨਿਰੋਲ ਧਾਰਮਿਕ ਹੋਣਗੇ, ਉਹ ਸ਼ਖਸੀਅਤ ਦਾ ਬੇਦਾਗ, ਔਰ ਜਿਨ੍ਹਾਂ ਦਾ ਕੇਵਲ ਸੇਵਾ ਤੱਕ ਹੋਏਗਾ। ਕਿਸੇ ਟਰਸਟੀ ਦੀ ਕੋਈ ਤਨਖਾਹ ਨਹੀਂ ਹੋਏਗੀ। ਬਾਕੀ ਮੇਨਟੇਨੈਂਸ ਦੇ ਦੂਜੇ ਤੇ ਜੇ ਖਰਚੇ ਨੇ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਕਰਾਏਗਾ, ਕਰਦੇ ਨੇ, ਹੋਣਗੇ ਸਾਰੇ ਦੇ। ਲੇਕਿਨ ਪੜ੍ਹਾਈ ਦਾ ਮਿਆਰ ਵੀ ਇੰਨਾ ਉੱਚਾ ਹੋਏਗਾ ਤੇ ਜਿਹੜਾ ਸਿੱਖੀ ਦੇ ਵਿੱਚ ਬਾਰੇ ਸਟੱਡੀ ਹੈ ਉਹਦਾ ਵੀ ਮਿਆਰ ਇੰਨਾ ਹੀ ਉੱਚਾ, ਬਰਾਬਰ ਤੇ ਨਾ ਰੱਖਿਆ ਜਾਊਗਾ। ਜਿੱਦਾਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਫੀਸ ਨਹੀਂ ਕੋਈ ਲਈ ਜਾਊਗੀ। ਇਸ ਸਕੂਲ ਦੀ ਸਭ ਤੋਂ ਵੱਡੀ ਖਾਸੀਅਤ ਆ ਕਿ ਇਹ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਤੋਂ ਕੋਈ ਫੀਸ ਨਹੀਂ ਲਈ ਜਾਊਗੀ। ਪਹਿਲਾ ਇਹ ਮੇਰਾ ਸਵਾਲ ਕਿ ਫੀਸ ਨਾ ਲੈਣ 'ਤੇ ਉਹਦਾ ਜਿਹੜਾ ਬਜਟ ਆ ਉਹ ਕਿੱਦਾਂ ਚੱਲੂਗਾ, ਤਨਖਾਹਾਂ ਕਿੱਦਾਂ ਜਾਣਗੀਆਂ ਟੀਚਰਾਂ ਦੀਆਂ? ਦੂਸਰਾ ਸਵਾਲ ਕਿ ਬੱਚੇ ਨੂੰ ਦਾਖਲ ਹੋਣ ਲਈ ਕਿਹੜੀ ਸ਼ਰਤ ਆ ਕਿ ਉਹ ਪੂਰੀ ਕਰੇ ਤੇ ਉਹ ਤੋਂ ਫੀਸ ਨਹੀਂ ਲਈ ਜਾਊਗੀ? ਨਹੀਂ, ਸ਼ਰਤ ਜਿਹੜੀ ਆ ਦੇਖੋ, ਇਹ ਨਹੀਂ ਆ ਫੀਸ ਜਿੰਨੇ ਵੀ ਬੱਚੇ ਰੱਖਣੇ ਆ ਫੀਸ ਤਾਂ ਕਿਸੇ ਕੋਲੋਂ ਵੀ ਨਹੀਂ ਲੈਣੀ। ਬਾਕੀ ਜਿਹੜੀ ਗੱਲ ਕਹਿੰਦੇ ਮੇਨਟੇਨੈਂਸ ਦੇ ਖਰਚੇ ਕਿੱਥੋਂ ਚੱਲਣਗੇ, ਮੈਂ ਅੰਦਰ ਦੀ ਅੰਦਰ ਹੀ ਰਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜਾਣੇ ਚੱਲਣਗੇ ਸਾਰੇ। ਦਾਅਵੇ ਨਾਲ ਗੱਲਾਂ ਲਾਨੀਆਂ ਤੌਰ 'ਤੇ ਕਹਿਣਾ, ਇਸ ਬਿਲਡਿੰਗ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਔਰ ਦੁਨੀਆ ਦੇ ਵਿੱਚ ਇੱਕ ਵੱਖਰਾ ਹੀ ਹੋਏਗਾ। ਜੇ ਇਹਦਾ ਡਿਜ਼ਾਈਨ ਵੀ ਬਣਿਆ ਵਾ ਤਾਂ ਲੋਕ ਵੱਡੇ ਵੱਡੇ ਟਾਵਰਾਂ ਨੂੰ ਭੁੱਲ ਜਾਣਗੇ। ਜੇ ਅੰਦਰ ਦੇ ਮਾਰਬਲ ਲੱਗਣਾ ਤਾਂ ਸਾਰਾ ਇਟਲੀ ਤੋਂ ਆਰਡਰ ਹੈ। ਔਰ ਡਿਜ਼ਾਈਨ ਵੀ ਇੱਦਾਂ ਦਾ ਇੱਕ ਤਿਆਰ ਹੋਏਗਾ ਕਿ ਦੁਨੀਆ ਦੇਖੇ ਕਿ ਜਿੰਨਾ ਸਟੈਂਡਰਡ ਇਹਦਾ ਸਟੱਡੀ ਦੇ ਵਿੱਚ ਹੈ, ਉਹਨਾਂ ਸਟੈਂਡਰਡ ਦਾ ਸਿੱਖੇ ਨੂੰ ਖਾਲਸਾ ਬਣਾਉਣ ਦੇ ਵਿੱਚ ਹੈ, ਤੇ ਉਹਨਾਂ ਹੀ ਸਟੈਂਡਰਡ ਬਿਲਡਿੰਗ ਦੇ ਵਿੱਚ ਅੰਦਰ ਅੰਦਰ ਦੁਨੀਆ ਨੂੰ ਭੁੱਲ ਜਾਏਗਾ ਸਾਰਾ ਕੁਝ ਕਿ ਕਿਸ ਬਿਲਡਿੰਗ ਵਿੱਚ ਆ ਗਈ। ਆਮ ਤਰ੍ਹਾਂ ਦੀ ਬਿਲਡਿੰਗ ਨਹੀਂ ਹੋਏਗੀ। ਹੈ ਜਿਹੜੇ ਬੱਚੇ ਨੇ ਦਾਖਲ ਹੋਣਾ ਉਹ ਥੋੜ੍ਹਾ ਦੱਸਿਓ ਵੀ ਕਿ ਕੀ ਸ਼ਰਤਾਂ ਚਾਹੀਦੀਆਂ। ਕੰਡੀਸ਼ਨਸ ਇਹ ਹੈਗੀਆਂ, ਪਹਿਲੀ ਗੱਲ ਤਾਂ ਬੱਚਾ ਜਿਹੜਾ ਸਿੱਖ ਹੈ ਉਹਦਾ ਕੇਸ ਦਾੜਾ ਸਰੂਪ ਪਹਿਲੀ ਗੱਲ ਬੜਾ ਜ਼ਰੂਰੀ ਹੈ। ਫਿਰ ਉਹਨੂੰ ਪਹਿਲਾਂ ਜਿਹੜੇ ਮਾਂ-ਬਾਪ ਨੇ, ਮੈਂ ਘੱਟ ਤੋਂ ਘੱਟ ਇਹ ਚੀਜ਼ ਨਾ ਕਿ ਜਿਸ ਨੇ ਵੀ 6th ਕਲਾਸ ਤੋਂ ਹੀ ਬੱਚਾ ਲੈਣਾ ਵਾ ਉਹਨੂੰ 5 ਸਾਲ ਪਹਿਲਾਂ ਤਿਆਰੀ ਕਰਨੀ ਪਊਗੀ ਕਿ ਮੈਂ ਨਿਸ਼ਾਨੇ ਸਿੱਖੀ ਵਿੱਚ ਜਾਣਾ। ਇੰਨੀ ਜਲਦੀ ਐਡਮਿਸ਼ਨ ਵਾਲੀ ਗੱਲ ਨਹੀਂ ਹੋਏਗੀ ਕਿ ਸਿਫਾਰਿਸ਼ ਹੈ ਜੀ ਤਦ ਹੋ ਗਿਆ ਜੀ, ਕੇਸ ਦਾੜਾ ਰੱਖ ਲਿਆ ਤਦ ਹੋ ਗਿਆ। ਬੱਚੇ ਨੂੰ ਮਾਂ ਪਿਓ ਨੂੰ ਉਹਦੇ 4 ਸਾਲ ਮਿਹਨਤ ਕਰਨੀ ਪਏਗੀ। ਹਰ ਤਰ੍ਹਾਂ ਦਾ ਟੈਸਟ ਲੈ ਕੇ ਦੇਖ ਕੇ ਪੂਰੀ ਪੜਤਾਲ ਕਰਕੇ ਪਿੱਛੋਂ ਤੱਕ ਦੀ ਇਹਦਾ ਜੀਵਨ ਮਾਂ-ਬਾਪ ਕਿਵੇਂ ਕਿਸ ਤਰ੍ਹਾਂ ਕੀ ਇਹਨੂੰ ਸਿੱਖ ਬਣਾਉਣ, ਇਹਨੂੰ ਕਿਸ ਤਰ੍ਹਾਂ ਪਿੱਛੋਂ ਗਾਈਡ ਕਰ ਰਹੇ ਨੇ, ਕਿਵੇਂ ਚੱਲ ਰਿਹਾ ਹੈਗਾ, ਇਹ ਸਾਰੀਆਂ ਚੀਜ਼ਾਂ ਪੂਰੀਆਂ ਚੈੱਕ ਕਰਕੇ ਫਿਰ ਐਡਮਿਸ਼ਨ ਹੋਏਗੀ। ਮਾਤਾ ਪਿਤਾ ਦਾ ਵੀ ਜ਼ਰੂਰੀ ਹੈ ਵੀ ਉਹਨਾਂ ਦਾ ਵੀ ਅੰਮ੍ਰਿਤ ਛਕਿਆ ਹੋਵੇ। ਬਿਲਕੁਲ ਮਾਤਾ ਪਿਤਾ ਦਾ ਜ਼ਰੂਰੀ ਹੈ। ਜੇਕਰ ਮਾਤਾ ਪਿਤਾ ਨਹੀਂ, ਅਸੀਂ ਬੱਚੇ ਨੂੰ ਇੱਕ ਨੂੰ ਕਹਿੰਦੇ ਜੀ ਤੂੰ ਅੰਮ੍ਰਿਤ ਛਕ ਲੈ, ਫਿਰ ਤਾਂ ਸਾਡਾ ਮਨੋਰਥ ਹੈ ਸਟੱਡੀ ਕਰਨ ਤੱਕ ਦਾ। ਮਾਂ ਬਾਪ ਤੋਂ ਹੀ, ਮਾਂ ਦੇ ਤੇ ਬਾਪ ਦੇ ਗੁਣ ਹੀ ਤੇ ਬੱਚੇ ਦੇ ਵਿੱਚ ਆਣੇ ਨੇ, ਮਾਂ ਬਾਪ ਤੋਂ ਤੇ ਗੁਣ ਲੈਣੇ ਨੇ।
ਤੇ ਜੇ ਮਾਂ-ਬਾਪ ਪਹਿਲਾਂ ਹੀ ਪਤਿਤ ਹੈਗਾ ਤਾਂ ਬੱਚੇ ਦਾ ਕਿਸ ਤਰ੍ਹਾਂ ਕੰਮ ਚੱਲੇਗਾ? ਜਾਂ ਕੋਈ ਹਾਲਾਤ ਇਹੋ ਜਿਹੇ ਹੋਣ ਵੀ ਨਹੀਂ ਕੁਛ ਇਹੋ ਜਿਹੇ ਹੁੰਦੇ ਨੇ, ਉਹਦੇ 'ਚ ਦੇਖਾਂਗੇ ਅਸੀਂ। ਤੁਸੀਂ ਇਹ ਬਹੁਤ ਵੱਡਾ ਉਪਰਾਲਾ ਸ਼ੁਰੂ ਕਰ ਰਹੇ ਹੋ, ਇਹਦੇ ਵਿੱਚ ਕੋਈ ਸਹਿਯੋਗ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਜਿਹੜੇ ਵਿਦਵਾਨ ਆ, ਕਿਉਂਕਿ ਧਾਰਮਿਕ ਤੌਰ ਤੇ ਇੱਕ ਵੱਡਾ ਉਪਰਾਲਾ, ਉਹਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ? ਨਹੀਂ ਵੇਖੋ, ਅਸੀਂ ਸਹਿਯੋਗ ਬਾਰੇ ਅਜੇ ਸੋਚਿਆ ਵੀ ਨਹੀਂ ਆ, ਤੇ ਗੁਰੂ ਰਾਮਦਾਸ ਪਾਤਸ਼ਾਹ ਜੇ ਜ਼ਰੂਰਤ ਕੋਈ ਜ਼ਿਕਰ ਹੋਏਗਾ ਤੇ ਕੋਈ ਗੱਲ ਨਹੀਂ, ਬਟ ਅਜੇ ਸੋਚਿਆ ਨਹੀਂ ਇਸ ਬਾਰੇ, ਨਾ ਸ਼੍ਰੋਮਣੀ ਕਮੇਟੀ ਨੂੰ ਨਾ ਕਿਸੇ ਬਾਰੇ ਸੋਚਿਆ ਨਹੀਂ ਹੈ। ਗੁਰੂ ਰਾਮਦਾਸ ਪਾਤਸ਼ਾਹ ਦਾ ਕਾਰਜ ਉਹਨੇ ਆਪੇ ਕਰਾ ਲੈਣਾ, ਚਿੰਤਾ ਹੀ ਹੈ ਨਹੀਂ ਜੀ। ਜਿਹੜੇ ਗੁਰੂ ਦੇ ਕਾਰਜ ਆ ਗੁਰੂ ਜਾਣੇ, ਉਹਦੇ ਕੰਮਾਂ ਦੀ ਆਪਾਂ ਚਿੰਤਾ ਨਹੀਂ ਕਰਦੇ, ਅਜੇ ਤੱਕ ਨਾ ਹੀ ਚਿੰਤਾ ਕੀਤੀ ਹੈ ਤੇ ਨਾ ਹੀ ਕਰਨੀ ਹੈ। ਮੈਨੂੰ ਇੰਨਾ ਕੌਨਫੀਡੈਂਸ ਆ ਗੁਰੂ ਰਾਮਦਾਸ ਪਾਤਸ਼ਾਹ ਤੇ, ਵਿਸ਼ਵਾਸ ਕਰਕੇ ਦੇਖੋ, ਹੱਦ ਹੋ ਗਈ। ਆਹ ਬਿਲਡਿੰਗ ਕਿਹੜੀ, ਮੈਂ ਹਜ਼ਾਰਾਂ ਬਿਲਡਿੰਗਾਂ ਖੜੀਆਂ ਕਰਵਾ ਦਿਓ ਤੇ ਰਾਤੋਂ ਰਾਤ, ਇਹ ਕਿਹੜੀ ਗੱਲ ਹੈਗੀ ਆ? ਕੋਈ ਗੱਲ ਹੀ ਨਹੀਂ ਹੈ, ਪਰਵਾਹ ਹੀ ਹੈ ਨਹੀਂ। ਜਿੱਦਾਂ ਕਿ ਇਹ ਸਕੂਲ ਦਾ ਜਿਹੜਾ ਉਦਘਾਟਨ ਆ, ਓਪਨਿੰਗ ਆ, ਉਹ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ ਆ। ਰਾਜਨੀਤੀ ਤੋਂ ਬਿਲਕੁਲ ਤੁਸੀਂ ਇਸ ਚੀਜ਼ ਨੂੰ ਦੂਰ ਰੱਖਿਆ ਵਾ, ਬਹੁਤ ਵੱਡੀ ਚੰਗੀ ਗੱਲ ਆ। ਤੇ ਜਦੋਂ ਅਧਿਆਪਕ ਆਉਣੇ ਸਕੂਲ ਦੇ ਵਿੱਚ ਪੜ੍ਹਾਉਣ ਵਾਲੇ, ਉਹਨਾਂ ਬਾਰੇ ਥੋੜ੍ਹਾ ਦੱਸੋ ਵੀ ਉਹ ਕਿੱਥੋਂ ਆਉਣਗੇ? ਨਹੀਂ ਵੇਖੋ, ਅਧਿਆਪਕ ਜਿਹੜੇ ਹੈਗੇ, ਅਧਿਆਪਕਾਂ ਦਾ ਜੀਵਨ ਤਾਂ ਪਹਿਲਾਂ ਸ਼ੁਰੂ ਹੀ ਉੱਥੋਂ ਹੋਣਾ ਵਾ। ਜਿਹੜਾ ਅਧਿਆਪਕ ਨੇ ਇਸ ਵੇਲੇ ਬਹੁਤ ਸਾਰੇ ਵਿਦਵਾਨ ਸਿੱਖ ਨੇ, ਬਹੁਤ ਸਾਰੇ ਟੀਚਰ ਜਿਹੜੇ ਨੇ ਬੜੇ ਗੁਰਸਿੱਖ ਨੇ, ਜਿਨ੍ਹਾਂ ਦਾ ਬਹੁਤ ਸਿੱਖੀ ਨਾਲ ਪਿਆਰ ਹੈਗਾ, ਲਗਾਅ ਹੈਗਾ, ਔਰ ਬਹੁਤ ਸਾਰੇ ਸਾਨੂੰ ਹਾਇਰ ਲੈਵਲ 'ਤੇ ਸਾਰੇ ਮਿਲ ਜਾਣਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਲੇਕਿਨ ਉਹ ਵੀ ਤਾਂ ਸਾਰੇ ਉਹਨਾਂ ਨੇ ਤਾਂ ਅੱਗੇ ਬੱਚਿਆਂ ਨੂੰ ਸਾਰਾ ਕੁਝ ਦੇਣਾ ਵਾ, ਬੱਚਿਆਂ ਨੂੰ ਸਟੱਡੀ ਕਰਾਉਣੀ। ਜੇ ਉਹੀ ਪਹਿਲਾਂ ਗੁਰਸਿੱਖ ਨਹੀਂ ਹੋਣੇ, ਗੱਲ ਕਿੱਦਾਂ ਚੱਲੇਗੀ? ਮਤਲਬ ਕਿ ਇਕੱਲਾ ਇੰਨਾ ਕੁ ਅਸੀਂ ਲੈਵਲ ਨਹੀਂ ਰੱਖ ਰਹੇ ਹੈਗੇ ਕਿ ਇਹ ਠੀਕ ਆ ਜੀ, ਉਹਨੇ ਕੇਸ ਦਾੜਾ ਰੱਖਿਆ ਹੋਇਆ ਵਾ, ਅੰਮ੍ਰਿਤਪਾਨ ਕੀਤਾ ਹੋਇਆ, ਤਾਂ ਸ਼ੁਰੂਆਤ ਆ ਉਹਦਾ ਮਤਲਬ ਕਿ ਅੰਦਰ ਗੁਰਬਾਣੀ ਅੰਦਰ ਉਹਦੇ ਹੋਵੇਗੀ, ਜਜ਼ਬਾ ਅੰਦਰ ਹੋਵੇਗਾ, ਤੇ ਫਿਰ ਹੀ ਉਹ ਕਿਸੇ ਬੱਚੇ ਨੂੰ ਕੁਝ ਦੇ ਪਾਏਗਾ। ਉਹ ਕਿੱਦਾਂ ਦੇ ਦੇਵੇਗਾ? ਉਹ ਤਾਂ ਜੇ ਗੁਰਬਾਣੀ ਅੰਦਰ ਹੈ ਹੀ ਨਹੀਂ, ਆਪਣਾ ਹੀ ਸਿਮਰਨ ਉਹਦਾ ਨਹੀਂ, ਉਹਨੇ ਕੀ ਕਿਸੇ ਨੂੰ ਦੇ ਲੈਣਾ ਹੈਗਾ? ਉਹ ਸਟੱਡੀ ਨਾਲ ਨਹੀਂ ਜੁੜੇਗਾ। ਇਹ ਸਾਰੇ ਜੀਵਨ ਵਾਲੇ ਬਹੁਤ ਨੇ ਸਿੱਖ ਕੌਮ ਦੇ ਵਿੱਚ, ਦੁਨੀਆ ਦੇ ਵਿੱਚ ਇਸ ਵੇਲੇ ਐਸੇ ਮਹਾਨ ਸਿੱਖ ਵਿਦਵਾਨ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ, ਔਰ ਜਿਨ੍ਹਾਂ ਦਾ ਗਿਆਨ ਇੰਨਾ ਵਾ, ਵੱਡੇ ਤੋਂ ਵੱਡੇ ਵੀ ਸ਼ਾਇਦ ਪਿੱਛੇ ਹਟ ਜਾਣ, ਬਹੁਤ ਨੇ। ਔਰ ਕੋਈ ਕਮੀ ਨਹੀਂ ਹੈਗੀ, ਮੈਨੂੰ ਇਹ ਵਿਸ਼ਵਾਸ ਹੈ ਗੁਰੂ ਰਾਮਦਾਸ ਪਾਤਸ਼ਾਹ, ਸਵਾਲ ਹੀ ਪਤਾ ਨਹੀਂ ਕਮੀ ਆ ਰਹੀ ਹੈ। ਜਿੱਦਾਂ ਕਿ ਤੁਸੀਂ ਦੱਸਿਆ 6ਵੀਂ ਕਲਾਸ ਤੋਂ ਜਿਹੜਾ ਦਾਖਲਾ ਇੱਥੇ ਸ਼ੁਰੂ ਹੋਊਗਾ, ਕਿੰਨਵੀਂ ਕਲਾਸ ਤੱਕ ਇਹ ਸਕੂਲ ਚੱਲੇਗਾ? ਇੱਕ ਤਾਂ ਇਹ ਕਿ 12 ਤੱਕ ਹੋਏਗਾ ਫਸਟ। ਸੈਕੰਡਲੀ ਇੱਕ ਫਲੋਰ ਦੇ ਉੱਤੇ ਜਿਹੜਾ ਹੈਗਾ, ਅਸੀਂ ਇੱਕ ਕੋਚਿੰਗ ਸੈਂਟਰ ਜਿਹੜਾ ਬਣਾ ਲਿਆ ਕਿ ਸਿੱਖਾਂ ਦੇ ਬੱਚੇ ਨਾ ਬਹੁਤ ਸਾਰੇ ਇਹੋ ਜਿਹੇ ਇੰਟੈਲੀਜੈਂਟ ਬਹੁਤ ਨੇ, ਲੇਕਿਨ ਉਹਨਾਂ ਦੇ ਫਾਈਨੈਂਸ਼ੀਅਲੀ ਜਿਹੜੇ ਆ ਨਾ, ਉਹ ਜਿਹੜੀ ਪੋਜੀਸ਼ਨ ਇੰਨੀ ਸਾਊਂਡ ਨਹੀਂ ਹੈਗੀ, ਜਿਹਦੇ ਕਰਕੇ ਬੱਚਾ ਪਿੱਛੇ ਰਹਿ ਜਾਂਦਾ। ਅਸੀਂ UPSC ਦੀ ਜਿਹੜੀ ਕੋਚਿੰਗ ਆ, ਟੌਪ ਦੇ ਜਿਹੜੇ ਹੈਗੇ ਨੇ ਪ੍ਰੋਫੈਸਰ ਰੱਖਾਂਗੇ, ਔਰ UPSC ਦੀ ਜਿਹੜੀ ਕੋਚਿੰਗ ਆ ਬੱਚਿਆਂ ਨੂੰ ਫ੍ਰੀ ਦੇਵਾਂਗੇ, ਤਾਂ ਜੋ ਸਾਡੇ ਜਿਹੜੇ ਸਿੱਖ ਬੱਚੇ ਨੇ ਉਹ IAS IPS PCS ਅਫਸਰ ਬਣ ਸਕਣ। ਔਰ ਇੱਕ ਕੇਸ 'ਤੇ ਸਿਰ 'ਤੇ ਕੇਸ ਕੀ ਸੱਜੀ ਹੋਏਗੀ, ਮੁੱਖ 'ਤੇ ਦਾੜਾ ਹੋਵੇਗਾ, ਸ਼ਿੰਗਾਰ ਕੀਤਾ ਹੋਏਗਾ ਸਿੱਖੀ ਦਾ, ਇੱਕ IPS ਅਫਸਰ ਬੈਠਾ ਹੋਏਗਾ, ਸਿੱਖੀ ਦੀ ਸ਼ਾਨ ਕਿੱਥੇ ਆ? ਅਸੀਂ ਚਾਹੁੰਦੇ ਇਹ ਚੀਜ਼ ਵੇਖਣੀ ਚਾਹੁੰਦਾ, ਔਰ ਕੁਛ ਨਹੀਂ ਹੈਗਾ। ਬੱਚਿਆਂ ਦਾ ਕੋਈ ਨੇੜਿਓਂ ਵੀ ਬੱਚੇ ਆਉਣਗੇ, ਦੂਰੋਂ ਵੀ ਆਉਣਗੇ, ਉਹ ਇਹ ਓਵਰਆਲ ਜਿਹੜੇ ਪੂਰਾ ਭਾਰਤ, ਇਹ ਤਾਂ ਅਸੀਂ ਨਹੀਂ ਤੈਅ ਕਰਾਂਗੇ ਵੀ ਆਹ ਏਰੀਆ ਨਹੀਂ, ਆਹ ਏਰੀਆ, ਮਤਲਬ ਕਿ ਪੂਰੇ ਜਿੱਥੋਂ ਮਰਜ਼ੀ ਆਉਣ, ਲੇਕਿਨ ਮੈਰਿਟ 'ਤੇ ਹੋਏਗਾ। ਮੈਰਿਟ ਤੋਂ ਬਿਨਾਂ ਕੋਈ ਕਿਸੇ ਪੋਲੀਟੀਕਲ ਦੀ ਇੰਟਰਫੀਰੈਂਸ ਨਹੀਂ ਹੋਣ ਦਿੱਤੀ ਜਾਏਗੀ, ਕਿਸੇ ਸਮਾਗਮ ਦੇ ਵਿੱਚ ਨਹੀਂ। ਸਿੱਖ ਕੌਮ ਦੇ ਵਿੱਚ ਪੰਜ ਪਿਆਰਿਆਂ ਤੋਂ ਉੱਪਰ ਕੁਛ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਕੁਛ ਨਹੀਂ ਹੈਗਾ। ਜੋ ਹੋਏਗਾ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ 'ਚ ਹੋਏਗਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਆਉਣਗੇ, ਔਰ ਪੰਜ ਪਿਆਰਿਆਂ ਦੇ ਵੱਲੋਂ ਹੀ ਸਾਰੇ ਸਮਾਗਮ ਹੋਣੇ, ਕੋਈ ਇਸ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੋਰ ਹੋਣ ਦਿੱਤੀ ਜਾਊਗੀ। ਰਹਿਣ ਸਹਿਣ ਦਾ ਪ੍ਰਬੰਧ ਜ਼ਰੂਰੀ ਆ, ਕਿਉਂਕਿ ਬੱਚੇ ਜਿਹੜੇ ਹੋਸਟਲ ਵੀ ਬਣਾਇਆ ਜਾਵੇਗਾ ਉਹ ਨੇੜੇ ਹੋਊਗਾ ਜਾਂ ਹੋਰ? ਇੱਥੋਂ 1.5-2 ਕਿਲੋਮੀਟਰ ਤੇ 5 ਏਕੜ ਜ਼ਮੀਨ ਸੀ, ਫਾਰਮ ਹਾਊਸ ਲਈ ਸੀ ਉਦੋਂ, ਉੱਥੇ ਜਿਹੜਾ ਹੈਗਾ ਉਹ ਬਕਾਇਦਾ ਹੋਸਟਲ ਨਾਲ ਹੋਏਗਾ। ਔਰ ਹੋਸਟਲ ਤੋਂ ਬਗੈਰ ਤਾਂ ਕੰਮ ਚੱਲਣਾ ਹੀ ਨਹੀਂ। ਇਹ ਤਾਂ ਹੈ ਨਹੀਂ ਕਿ ਬੱਚੇ ਲੋਕਲ ਲੈਣੇ ਆ ਬੱਚੇ ਦੇ। ਮੈਨੂੰ ਇਹ ਉਮੀਦ ਆ ਕਿ ਸਾਰੀਆਂ ਸਟੇਟਾਂ 'ਚੋਂ ਆਉਣਗੇ, ਜਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ, ਜਿਸ ਤਰ੍ਹਾਂ ਦੇ ਲੋਕੀ ਕਰ ਰਹੇ ਹੈਗੇ ਨੇ। ਮੈਂ ਤਾਂ ਹੁਣ ਵੀ ਇਹ ਕਹਿੰਦਾ ਵੀ ਭਾਈ ਹੁਣ ਤੋਂ ਤਿਆਰੀ ਸ਼ੁਰੂ ਕਰ ਲਓ ਜੇ ਐਡਮਿਸ਼ਨ ਲੈਣੀ ਹੈਗੀ ਜੇ। ਤੇ ਇੱਦਾਂ ਇਸ ਤਰ੍ਹਾਂ ਨਹੀਂ ਜੇ ਕਿ ਚੱਲਣਾ ਹੈਗਾ ਕਿ ਆਪਾਂ ਕੇਸ ਦਾੜਾ ਰੱਖਿਆ ਜੀ ਸਿੱਖਾਂ ਦੇ ਬੱਚੇ, ਸਿਫਾਰਿਸ਼ ਵੀ ਨਹੀਂ ਹੋਏਗੀ, ਕੁਛ ਨਹੀਂ, ਕਿਉਂਕਿ ਅਸੀਂ ਚੋਟੀ ਦਾ ਵਿਦਿਆਰਥੀ ਤਿਆਰ ਕਰਨਾ, ਅਫਸਰ। ਕੋਈ ਸਮਾਂ ਨਿਸ਼ਚਿਤ ਕੀਤਾ ਵੀ ਕਿਹੜੇ ਸਾਲ ਤੋਂ ਆਪਾਂ ਜਿਹੜੀਆਂ ਕਲਾਸਾਂ ਵਾ ਉਹ ਸ਼ੁਰੂ ਕਰ ਦੇਣੀਆਂ? ਮਤਲਬ ਕਿ ਅੱਜ ਤੋਂ ਪੂਰੇ ਜਿਹੜਾ ਹੈਗਾ ਕਹਿ ਲਓ ਅਸੀਂ ਜਿਹੜਾ 1.5 ਸਾਲ ਦੇ ਵਿੱਚ ਬਿਲਡਿੰਗ ਦਾ ਟੀਚਾ ਸਾਡਾ ਮਿੱਥਿਆ ਹੋਇਆ ਕਰ ਦੇਣਾ ਵਾ, ਠੀਕ। ਉਸ ਤੋਂ ਨਾਲ ਹੀ ਨੈਕਸਟ ਐਡਮਿਸ਼ਨ ਸ਼ੁਰੂ ਕਰ ਦੇਣੀ ਹੈ, 23 ਦੇ ਵਿੱਚ ਸਟਾਰਟਿੰਗ ਕਰ ਦੇਣੀ ਹੈ। ਤੁਸੀਂ ਉਪਰਾਲਾ ਵੱਡਾ ਕਰ ਰਹੇ ਹੋ, ਪੂਰੀ ਦੁਨੀਆ 'ਚ ਜਿਹੜੇ ਸਿੱਖ ਵਸਦੇ ਨੇ, ਵਿਦਵਾਨ ਵਸਦੇ ਨੇ, ਕੋਈ ਇਸ ਸਾਡੇ ਮਾਧਿਅਮ ਜਾਈ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ? ਨਹੀਂ, ਬਸ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ,
ਬਖਸ਼ਿਸ਼ ਕਰਨ। ਬਸ ਇਹੀ ਹੈ ਕਿ ਵੱਧ ਤੋਂ ਵੱਧ ਸਾਰੇ ਹੀ ਲੱਗੇ ਹੋਏ ਨੇ, ਸਾਰੇ ਵਿਦਵਾਨ ਨੇ, ਸਾਰੇ ਬਹੁਤ ਜ਼ਿਆਦਾ। ਆਪਾਂ ਤਾਂ ਕੁਛ ਵੀ ਨਹੀਂ, ਆਪਾਂ ਤਾਂ ਕਿਸੇ ਪਾਣੀ ਹਾਰੀ ਨਹੀਂ ਹੈਗੇ। ਨਾ ਤਾਂ ਮੈਂ ਸਿੱਖ ਹਾਂ, ਨਾ ਕੋਈ ਮੇਰਾ ਸਿੱਖਿਆ ਜੀਵਨ ਆ, ਨਾ ਕੋਈ ਸਿਮਰਨ ਹੈ, ਨਾ ਕੁਛ ਹੈ। ਮੇਰੀ ਤਾਂ ਕੋਈ ਕਾਤ ਹੀ ਨਹੀਂ ਕੁਛ ਬਣਾ ਸਕਾਂ। ਹਜ਼ਾਰਾਂ ਲੱਖਾਂ ਸਿੱਖ ਨੇ ਜਿਨ੍ਹਾਂ ਕੋਲ ਇੰਨੀ ਗੁਰਬਾਣੀ ਹੈ, ਇਹਨਾਂ ਨਾਲ ਸਿਮਰਨ ਹੈਗਾ। ਮੈਂ ਕਿਸੇ ਨੂੰ ਕੁਛ ਦੇਣ ਜੋਗਾ ਹੀ ਹੈ ਨਹੀਂ, ਪਾਪ ਦੇ ਪੱਲੇ ਕੱਖ ਨਹੀਂ, ਕਿਸੇ ਨੂੰ ਕੀ ਦੇਣਾ ਹੈਗਾ। ਬਸ ਇੰਨੀ ਗੱਲ ਹੈ ਵੀ ਗੋਲਕ ਗੁਰੂ ਰਾਮਦਾਸ ਪਾਤਸ਼ਾਹ ਦੀ ਹੱਥ ਆਪਣਾ ਜਿੰਨੇ ਪੈਸੇ ਚਾਹੀਦੇ ਉਹਨੇ ਕੱਢ ਲਈਦੇ। ਉਹਦੇ ਵਿੱਚੋਂ ਮੈਂ ਜਾ ਕੇ ਨਾ ਬਾਬਾ ਗੁਰੂ ਰਾਮਦਾਸ ਪਾਤਸ਼ਾਹ ਚੋਰ ਹੈ, ਗੋਲਕ ਉਹਦੀ ਆ, ਹੱਥ ਆਪਣਾ ਜਿੰਨੇ ਚਾਹੀਦੇ ਉਹਨੇ ਸਵੇਰੇ ਉੱਠ ਕੇ ਕੱਢ ਲਈਦੇ ਆ। ਕੋਈ ਕਮੀ ਕਦੀ ਘਾਟ ਨਹੀਂ ਆਈ। ਸਾਰੇ ਮਹਾਨ ਨੇ, ਬਸ ਸਾਰੇ ਗੁਰੂ ਪਾਤਸ਼ਾਹ ਸਾਰਿਆਂ ਕੋਲ ਸੇਵਾਵਾਂ ਲੈ ਰਹੇ ਨੇ। ਜਿੱਦਾਂ ਗੁਰੂ ਰਾਮਦਾਸ ਪਾਤਸ਼ਾਹ ਚਾਹਵੇ ਉੱਦਾਂ ਹੀ ਹੋਣਾ। ਇੱਥੇ ਮੇਰੀ ਮਰਜ਼ੀ ਤਾਂ ਚੱਲਣੀ, ਨਾ ਤੁਹਾਡੀ ਚੱਲਣੀ, ਨਾ ਮੇਰੀ ਚੱਲਣੀ। ਚੱਲਣੀ ਤਾਂ ਮਾਲਕ ਦੀ ਹੈ, ਅਤੇ ਮਾਲਕ ਜੋ ਕਰਿਆ ਕਰੇਗਾ ਤਾਂ ਹੋਏਗਾ। ਵਿਸ਼ਵਾਸ ਹੋ ਤੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਵੀ ਕੰਮ ਸਿਰੇ ਔਰ ਕੋਈ ਕੰਮ ਦੇ ਵਿੱਚ ਰੁਕਾਵਟ ਆ ਜਾਏ। ਉਹਨੇ ਆਪੇ ਖੇਡਾਂ ਬਣਾ ਦੇਣੀ, ਉਸੇ ਵੇਲੇ ਬਣਾ ਦਿੰਦਾ। ਇੱਕ ਛਿੰਦ ਦੇ ਵਿੱਚ ਖੇਡਾਂ ਰਚਾ ਦਿੰਦਾ। ਇਹ ਕਿਹੜੀ ਗੱਲ ਹੈ, ਕੁਛ ਨਹੀਂ ਹੈ। ਤੋ ਇਹ ਡਾਕਟਰ ਗੁਰਵਿੰਦਰ ਸਿੰਘ ਹੋਣੀ ਨੇ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਹੈ। ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਸਕੂਲ ਬਣਾਇਆ ਜਾਵੇਗਾ, ਜਿਸ ਦੀਆਂ 11 ਮੰਜ਼ਿਲਾਂ ਹੋਣਗੀਆਂ। ਪਹਿਲੀਆਂ 10 ਮੰਜ਼ਿਲਾਂ 'ਤੇ 10 ਪਾਤਸ਼ਾਹੀਆਂ ਨੂੰ ਸਮਰਪਿਤ, ਉਹਨਾਂ ਦੇ ਜੀਵਨ ਨੂੰ ਸਮਰਪਿਤ ਉੱਥੇ ਮਿਊਜ਼ੀਅਮ ਬਣਨਗੇ। ਅਤੇ ਸਭ ਤੋਂ ਉੱਪਰਲੀ ਮੰਜ਼ਿਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜਾ ਉਹਨਾਂ ਦੀ ਉਪਮਾ ਦੀ ਉੱਥੇ ਜਿਹੜਾ ਮਿਊਜ਼ੀਅਮ ਬਣੇਗਾ। ਤੋ ਜਿਹੜੀ ਸ਼ਰਤ ਹੈ ਸਕੂਲ ਦੇ ਵਿੱਚ ਦਾਖਲਾ ਲੈਣ ਦੀ, ਉਹ ਸਭ ਤੋਂ ਅਹਿਮ ਚੀਜ਼ ਉਹ ਹੈ ਕਿ ਸਿੱਖ ਸੱਜਣਾ ਹੋਵੇਗਾ। ਜੇ ਕਿਸੇ ਨੇ ਦਾਖਲਾ ਲੈਣਾ ਤਾਂ ਉਹਦੇ ਮਾਤਾ ਪਿਤਾ ਨੂੰ ਵੀ ਸਿੱਖ ਸੱਜਣਾ ਹੋਵੇਗਾ। ਬਹੁਤ ਵੱਡਾ ਇਹਨਾਂ ਨੇ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਇਹਨਾਂ ਨੇ ਦੱਸਿਆ ਕਿ ਸਾਰੇ ਕਾਰਜ ਉਹਨਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਪੂਰੇ ਹੋਣੇ ਆ। ਤੋ ਲੋੜ ਹੈ ਸਾਨੂੰ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਅੱਗੇ ਆਉਣ ਦੀ, ਸਹਿਯੋਗ ਕਰਨ ਦੀ, ਕਿਉਂਕਿ ਸਿੱਖੀ ਦੇ ਪਸਾਰ ਅਤੇ ਫੈਲਾਓ ਵਾਸਤੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਹੈ। ਤੋ ਦਿਖਾਉਂਦੇ ਰਹਾਂਗੇ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਧਾਰਮਿਕ ਗਤੀਵਿਧੀਆਂ। ਬਣੇ ਰਹੋ TV NRI ਦੇ ਨਾਲ। ਕੈਮਰਾਮੈਨ ਜਸਵਿੰਦਰ ਸਿੰਘ ਮਾਲੜੀ ਅਤੇ ਗੁਰਦੇਵ ਸਿੰਘ ਭੱਟੀ ਦੇ ਨਾਲ ਇੰਦਰਜੀਤ ਸਿੰਘ ਚਾਲ, NRI ਮੀਡੀਆ, ਕਰਤਾਰਪੁਰ, ਜਲੰਧਰ।